हाँ जी बेटा, नेक्स्ट है डिस्टिंक्शन बिटवीन कार्बोक्सिलिक एसिड एंड फिनोल ਕੈਮੀਕਲ ਟੈਸਟ। ਠੀਕ ਹੈ, ਸੋ ਇੱਕ ਤਾਂ ਜੇ ਪੁਰਾਣਾ ਹੀ ਆ, ਆਪਾਂ ਜੋ ਫਿਨੋਲ ਬਾਰੇ 'ਚ ਪੜ੍ਹਿਆ ਹੋਇਆ, ਫੈਰੀਕਲੋਰਾਈਡ ਟੈਸਟ। ਠੀਕ ਹੈ, ਫੈਰੀਕਲੋਰਾਈਡ ਟੈਸਟ। ਇਹ 'ਚ ਆਪਾਂ ਇਹ ਨਹੀਂ ਕਹਿ ਸਕਦੇ ਵੀ ਦੋਨਾਂ ਦੇ ਵਿੱਚੋਂ ਇੱਕ ਨੈਗੇਟਿਵ ਹੈ ਜਾਂ ਇੱਕ ਪੋਜ਼ਿਟਿਵ ਹੈ, ਦੋਨੋਂ ਹੀ ਪੋਜ਼ਿਟਿਵ ਦਿੰਦੇ ਨੇ। ਬਟ ਫੈਰੀਕਲੋਰਾਈਡ ਟੈਸਟ ਦੇ ਵਿੱਚ ਫਿਨੋਲ ਦੇ ਵਿੱਚ ਆਫਟਰ ਰਿਐਕਸ਼ਨ ਵਾਇਲਟ ਕਲਰ ਅਪੀਅਰ ਹੁੰਦਾ, ਔਰ ਕਾਰਬੋਕਸਿਲਿਕ ਐਸਿਡ ਦੇ ਵਿੱਚ ਬਫ ਕਲਰਡ ਪੀਪੀਟੀ ਬਣਦੇ ਨੇ। ਠੀਕ ਹੈ, ਸੋ ਇਹ ਦੋਨੋਂ ਹੀ ਪੋਜ਼ਿਟਿਵ ਨੇ। ਫਿਨੋਲ ਦਾ ਤਾਂ ਆਪਾਂ ਪਹਿਲਾਂ ਹੀ ਪੜ੍ਹਿਆ ਹੋਇਆ ਜੀ। ਠੀਕ ਹੈ, C6H5OH ਪਲੱਸ ਫੈਰੀਕਲੋਰਾਈਡ 3Cl ਨੇ ਨਾ, ਅਤੇ 3 ਆਊਗਾ, 3 HCl ਰਿਮੂਵ। ਸੋ ਆਪਾਂ ਦੱਸਿਆ ਸੀ ਵੀ ਕੀ ਬਣ ਜਾਏਗਾ, C6H5O3Fe। ਇਹਦੇ ਵਿੱਚ ਹੁੰਦਾ ਹੈ ਜੀ ਵਾਇਲਟ ਕਲਰ। ਠੀਕ ਹੈ, ਪਲੱਸ 3 HCl। ਸੋ ਵਾਇਲਟ ਕਲਰ ਇੰਡੀਕੇਟਸ ਫਿਨੋਲ। ਪਰ ਜਿਹੜੇ ਕਾਰਬੋਕਸਿਲਿਕ ਐਸਿਡ ਨੇ ਉਹ ਵੀ ਰਿਐਕਟ ਕਰਦੇ ਨੇ, RCOH FeCl3। ਠੀਕ ਹੈ, ਇਹ ਵੀ ਰਿਐਕਟ ਕਰਦੇ ਨੇ, ਅਗੇਨ 3 RCOO ਥਰਾਈਸ Fe ਪਲੱਸ 3 HCl। ਇਹਦੇ ਵਿੱਚ ਬਫ ਕਲਰਡ ਪੀਪੀਟੀ ਹੁੰਦੇ ਨੇ, ਬਫ ਕਲਰਡ ਪੀਪੀਟੀ। ਜਿਹੇ ਜੀ ਰੇਗਿਸਤਾਨ ਦੀ ਮਿੱਟੀ ਹੁੰਦੀ ਹੈ ਨਾ, ਜਿਹਦਾ ਰੰਗ ਹੁੰਦਾ ਹੈਗਾ, ਠੀਕ ਹੈ, ਕੁਛ ਉਸ ਤਰ੍ਹਾਂ ਰੰਗ ਹੁੰਦਾ ਹੈ ਬਫ ਕਲਰਡ। ਠੀਕ ਹੈ, ਸੋ ਇਹ ਵੀ ਟੈਸਟਰ ਹੈ। ਜੇ ਅਗਰ ਬਫ ਕਲਰਡ ਪੀਪੀਟੀ ਬਣ ਗਏ ਤਾਂ ਕਾਰਬੋਕਸਿਲਿਕ ਐਸਿਡ ਹੈ, ਵਾਇਲਟ ਕਲਰ ਅਪੀਅਰੈਂਸ ਜਿਹੜੀ ਹੁੰਦੀ ਹੈ ਉਹ ਫਿਨੋਲ ਦੀ ਇੰਡੀਕੇਸ਼ਨ ਹੈ। ਔਰ ਇੱਕ ਹੋਰ ਟੈਸਟ ਹੁੰਦਾ ਹੈ ਜੀ, ਦ ਟੈਸਟ ਇਜ਼ ਕਾਲਡ ਸੋਡੀਅਮ ਬਾਈਕਾਰਬੋਨੇਟ ਟੈਸਟ। ਤੁਸੀਂ ਇਹਦੀ ਜਗ੍ਹਾ 'ਤੇ ਸੋਡੀਅਮ ਕਾਰਬੋਨੇਟ ਟੈਸਟ ਵੀ ਕਰ ਸਕਦੇ ਹੋ, ਦੋਨਾਂ ਵਿੱਚ ਰਿਜ਼ਲਟ ਇੱਕੋ ਹੀ ਮਿਲਦਾ ਹੈਗਾ। ਸੋਡੀਅਮ ਬਾਈਕਾਰਬੋਨੇਟ ਟੈਸਟ ਔਰ ਸੋਡੀਅਮ ਕਾਰਬੋਨੇਟ ਟੈਸਟ ਇੱਕੋ ਹੀ ਹੁੰਦਾ ਹੈ। ਸੋ ਇਸ ਟੈਸਟ ਦੇ ਵਿੱਚ ਕੀ ਹੁੰਦਾ, ਇਹ ਟੈਸਟ ਹੈ ਸਿਰਫ ਇਕੱਲੇ ਕਾਰਬੋਕਸਿਲਿਕ ਐਸਿਡ ਦਿੰਦੇ ਨੇ, ਫਿਨੋਲ ਨਹੀਂ ਦਿੰਦੀ ਹੈ। ਕਾਰਬੋਕਸਿਲਿਕ ਐਸਿਡ ਸੋਡੀਅਮ ਬਾਈਕਾਰਬੋਨੇਟ ਦੇ ਵਿੱਚ ਸੋਡੀਅਮ ਬਾਈਕਾਰਬੋਨੇਟ, ਠੀਕ ਹੈ, ਔਨ ਹੀਟਿੰਗ ਇਹ Na ਪੋਜ਼ਿਟਿਵ ਹੈ, ਇਹ HCO3 ਨੈਗੇਟਿਵ ਹੈ, ਇਹ RCO ਨੈਗੇਟਿਵ, H ਪੋਜ਼ਿਟਿਵ ਹੈ। ਸੋ ਕਲੀਅਰ ਕੱਟ ਰਾਜੇ ਪਤਾ ਲੱਗ ਰਿਹਾ ਹੈਗਾ ਕੀ ਬਣ ਜਾਏਗਾ, RCO ਨੈਗੇਟਿਵ Na ਪੋਜ਼ਿਟਿਵ, that is RCONA sodium carboxylate, H positive HCO3 negative H2CO3 on heating it forms anhydride। ਬਹੁਤ ਵਾਰ ਪੜ੍ਹਿਆ ਆਪਾਂ ਇਹ ਜਿਹੜੀ ਕਾਰਬਨ ਡਾਈਆਕਸਾਈਡ ਹੈ ਰਾਜੇ, ਇਹ ਕਾਰਬਨ ਡਾਈਆਕਸਾਈਡ ਵਿਦ brisk effervescence, ਵਿਦ ਬ੍ਰਿਸਕ ਐਫਰਵੇਸੈਂਸ ਦਾ ਹੁੰਦਾ ਕਾਰਬਨ ਡਾਈਆਕਸਾਈਡ ਇੱਕਦਮ ਰਾਜੇ ਬਾਹਰ ਨੂੰ ਆਉਂਦੀ ਹੈ। ਠੀਕ ਹੈ, ਸੋ ਅਗਰ ਤੁਸੀਂ ਦੋ ਟੈਸਟ ਟਿਊਬਸ ਲੈਣੇ ਹੋ, ਇੱਕ 'ਚ ਫਿਨੋਲ, ਇੱਕ 'ਚ ਕਾਰਬੋਕਸਿਲਿਕ ਐਸਿਡ ਹੈ, ਔਰ ਦੋਨਾਂ 'ਚ ਤੁਸੀਂ ਸੋਡੀਅਮ ਬਾਈਕਾਰਬੋਨੇਟ ਟੈਸਟ ਕਰਦੇ ਹੋ, ਜਿਸ ਟੈਸਟ ਟਿਊਬ ਦੇ ਵਿੱਚੋਂ ਕਾਰਬਨ ਡਾਈਆਕਸਾਈਡ ਗੈਸ ਇੱਕਦਮ, ਐਕਚੁਅਲੀ ਜਿਹੜਾ ਉਸ ਆਪਾਂ ਸੋਲਿਊਸ਼ਨ ਪਾਇਆ ਹੋਇਆ ਨਾ, ਜਿਹਦੇ ਵਿੱਚ ਆਪਾਂ ਕਾਰਬੋਕਸਿਲਿਕ ਐਸਿਡ ਦਾ ਸੋਲਿਊਸ਼ਨ ਪਾਇਆ, ਉਹ ਸੋਲਿਊਸ਼ਨ ਹੈ ਜੀ ਉੱਪਰ ਨੂੰ ਆਉਂਦਾ ਇੱਕਦਮ। ਉਹ ਉੱਪਰ ਨੂੰ ਤਾਂ ਆਉਂਦਾ ਕਿ ਉਹਦੇ ਵਿੱਚੋਂ ਕਾਰਬਨ ਡਾਈਆਕਸਾਈਡ ਬਾਹਰ ਨਿਕਲਦੀ ਇੱਕਦਮ, ਬ੍ਰਿਸਕ ਐਫਰਵੇਸੈਂਸ ਦਾ ਇੱਕਦਮ ਬਾਹਰ ਨਿਕਲਦੀ ਹੈ। ਠੀਕ ਹੈ, ਸੋ ਉਹ ਅਗਰ ਇਸ ਤਰ੍ਹਾਂ ਹੁੰਦਾ ਤਾਂ ਕਾਰਬੋਕਸਿਲਿਕ ਐਸਿਡ ਹੈ, ਔਰ ਫਿਨੋਲਸ ਡਜ਼ ਨਾਟ ਗਿਵ ਦਿਸ ਟੈਸਟ। ਫਿਨੋਲ does not give this test। ਫਿਨੋਲ ਨਹੀਂ ਰਾਜੇ ਦੇ ਸਕਦੀ, ਪਤਾ ਐ ਨਹੀਂ ਹੋ ਸਕਦੇ ਆਪਾਂ ਇਹ ਕਹੀਏ ਫਿਨੋਲ ਪਲੱਸ NaHCO3, ਠੀਕ ਹੈ, ਔਰ ਉੱਧਰੋਂ ਆਪਾਂ ਸੋਡੀਅਮ ਫਿਨੋਕਸਾਈਡ ਬਣਾ ਦਈਏ, ਸੋਡੀਅਮ ਫਿਨੋਕਸਾਈਡ ਪਲੱਸ CO2 ਪਲੱਸ H2, ਉਹ ਨਹੀਂ ਹੁੰਦਾ, ਉਹ ਰਿਐਕਸ਼ਨ ਨਹੀਂ ਹੁੰਦੀ। ਫਿਨੋਲ ਰਿਸਪੌਂਡ ਨਹੀਂ ਕਰਦੀ ਰਾਜੇ ਸੋਡੀਅਮ ਬਾਈਕਾਰਬੋਨੇਟ ਨੂੰ। ਠੀਕ ਹੈ, ਉਹਦੇ 'ਚ ਬੈਕਵਰਡ ਰਿਐਕਸ਼ਨ ਤਾਂ ਹੋ ਸਕਦੀ ਹੈ, ਪਰ ਫਾਰਵਰਡ ਨਹੀਂ ਹੋ ਸਕਦੀ ਫਿਨੋਲ ਦੀ। ਠੀਕ ਹੈ ਰਾਜੇ, ਸੋ ਇਹ ਵੀ ਟੈਸਟ ਹੈ ਰਾਜੇ। ਇਹ ਤੁਸੀਂ ਇਹਦਾ ਇਸ ਚੀਜ਼ ਦਾ ਆਨਸਰ ਲੱਭਿਓ ਰਾਜੇ ਵੀ ਫਿਨੋਲ ਇਹ ਟੈਸਟ ਪੋਜ਼ਿਟਿਵ ਕਿਉਂ ਨਹੀਂ ਦਿੰਦੀ, ਫਿਨੋਲ ਆਪਣੀ ਰਿਐਕਸ਼ਨ ਨੂੰ ਫਾਰਵਰਡ 'ਚ ਕਿਉਂ ਨਹੀਂ ਲੈ ਕੇ ਜਾ ਸਕਦੀ। ਫਿਨੋਲ ਪਲੱਸ ਸੋਡੀਅਮ ਬਾਈਕਾਰਬੋਨੇਟ
ਸੋਡੀਅਮ ਫਿਨੋਕਸਾਈਡ CO2 + ਵਾਟਰ ਇਹ ਕਿਉਂ ਨਹੀਂ ਰਾਜੇ ਬਣ ਸਕਦਾ? ਇਹਦਾ ਆਂਸਰ ਜੋ ਮੈਂ ਇਕੁਏਸ਼ਨ ਬੋਲੀ ਹੈ ਉਹਦੇ ਵਿੱਚ ਹੀ ਹੈ। ਇਹਦਾ ਆਂਸਰ ਉਸ ਚੀਜ਼ ਨਾਲ ਰਿਲੇਸ਼ਨ ਰੱਖਦਾ ਹੈ ਜੋ ਆਪਾਂ ਕਹਿੰਦੇ ਹੁੰਦੇ ਹਾਂ ਡੀਲੋਕਲਾਈਜੇਸ਼ਨ ਆਫ ਚਾਰਜ। ਠੀਕ ਹੈ, ਸੋ ਇਹ ਤੁਸੀਂ ਲੱਭ ਕੇ ਦੇਖਿਓ ਰਾਜੇ। ਸੋ ਇਹ ਦੋਨੋਂ ਰਾਜੇ ਬਹੁਤ ਕਾਮਨ ਟੈਸਟ ਨੇ। ਬਾਕੀ ਰਾਜੇ ਕੁਝ ਟੈਸਟ ਇਸ ਤਰ੍ਹਾਂ ਦੇ ਵੀ ਹੁੰਦੇ ਨੇ, ਜਿਵੇਂ ਅਗਰ ਆਪਾਂ ਕਾਰਬੋਕਸਿਲਿਕ ਐਸਿਡ ਨੂੰ, ਇਹ ਤਾਂ ਸਪੈਸ਼ਲੀ ਕਾਰਬੋਕਸਿਲਿਕ ਐਸਿਡ ਅਤੇ ਫਿਨੋਲ ਦੇ ਨੇ। ਅਗਰ ਆਪਾਂ ਕਾਰਬੋਕਸਿਲਿਕ ਐਸਿਡ ਹੈ, ਸਪੋਜ਼ ਐਸਟਿਕ ਐਸਿਡ ਅਤੇ ਐਸੀਟੋਨ, ਤਾਂ ਉਹਨਾਂ ਦੋਨਾਂ ਨੂੰ ਤਾਂ ਆਪਾਂ ਆਈਡੋ ਫਾਰਮ ਨਾਲ ਵੀ ਡਿਸਟਿੰਗੁਇਸ਼ ਕਰ ਸਕਦੇ ਹਾਂ। ਠੀਕ ਹੈ, ਬਿਕੋਜ਼ ਐਸੀਟੋਨ ਪੋਜ਼ਿਟਿਵ ਦੇਊਗਾ ਜਦ ਕਿ ਐਸਟਿਕ ਐਸਿਡ ਪੋਜ਼ਿਟਿਵ ਨਹੀਂ ਦੇਊਗਾ। ਰੀਜ਼ਨ ਆਲਰੇਡੀ ਆਪਾਂ ਕਲਾਸ 'ਚ ਕੀਤਾ ਹੋਇਆ, ਕਿਉਂਕਿ 'ਚ ਰੈਜ਼ੋਨੈਂਸ ਕਰਕੇ C+O 'ਚ ਸਿੰਗਲ ਬੌਂਡ ਕਰੈਕਟਰ ਆ ਜਾਂਦਾ ਐਸਟਿਕ ਐਸਿਡ 'ਚ। ਸੋ ਨੈਕਸਟ ਰਾਜੇ ਇਹ ਜਿਹੜਾ ਹੁਣ ਮੈਂ ਤੁਹਾਨੂੰ ਪਾਰਟ ਦੱਸ ਰਿਹਾ ਨਾ ਰਾਜੇ, ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਸਮ exceptional reactions of carbonyl compounds। ਐਕਚੁਅਲੀ ਨਾ ਜੀ ਇਹ ਕੁਛ ਇਸ ਤਰ੍ਹਾਂ ਦੀਆਂ ਰਿਐਕਸ਼ਨਸ ਨੇ ਆਰਗੈਨਿਕ 'ਚ ਜਿਨ੍ਹਾਂ ਬਾਰੇ ਹਜੇ ਤੱਕ ਇਹ ਨਹੀਂ ਪਤਾ ਲੱਗ ਸਕਿਆ ਵੀ ਇਹ ਰਿਐਕਸ਼ਨਾਂ ਇਸ ਤਰ੍ਹਾਂ ਕਿਉਂ ਪ੍ਰੋਸੀਡ ਕਰਦੀਆਂ ਨੇ, ਮਤਲਬ ਇਸੇ ਤਰ੍ਹਾਂ ਇੱਕ ਦੂਜੇ ਨਾਲ ਇੰਟਰੈਕਟ ਕਿਉਂ ਕਰਦੇ ਨੇ। ਠੀਕ ਹੈ, ਇਹਦੇ ਵਿੱਚ ਇਹ ਸਾਰੀਆਂ ਰਿਐਕਸ਼ਨ ਜਿਹੜੀਆਂ ਐਕਸੈਪਸ਼ਨਲ ਨੇ ਰਾਜੇ, ਇਹ ਐਮੋਨੀਆ ਦੇ ਨਾਲ ਨੇ, ਵਿਦ ਐਮੋਨੀਆ। ਠੀਕ ਹੈ, ਹਾਲਾਂਕਿ ਮੈਂ ਅੱਜ ਤੱਕ ਰਾਜੇ ਕਦੇ ਇਹਨਾਂ ਦਾ ਕੁਐਸਚਨ ਨਹੀਂ ਦੇਖਿਆ ਪੇਪਰ 'ਚ, ਲੇਕਿਨ ਕਿਉਂਕਿ ਸਿਲੇਬਸ ਦਾ ਪਾਰਟ ਹੈ ਰਾਜੇ, ਇਸ ਕਰਕੇ ਇਹ ਸਾਨੂੰ ਕਰਨਾ ਚਾਹੀਦਾ। ਹਾਲਾਂਕਿ ਜਿਹੜੇ ਕੰਪੀਟੀਟਿਵ ਐਗਜ਼ਾਮੀਨੇਸ਼ਨਸ ਨੇ ਉਹਨਾਂ ਦੇ ਵਿੱਚ ਰਾਜੇ ਕਈ ਵਾਰੀ ਐਕਸੈਪਸ਼ਨਲ ਕੁਐਸਚਨ ਇਹ ਪੁੱਛੇ ਹੁੰਦੇ ਨੇ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਹੈ ਰਿਐਕਸ਼ਨ ਆਫ ਐਸਟਲਡੀਹਾਈਡ ਐਂਡ ਐਮੋਨੀਆ। ਠੀਕ ਹੈ, ਇਹਨਾਂ ਦਾ ਇਹ ਨਹੀਂ ਅੱਜ ਤੱਕ ਪਤਾ ਲੱਗ ਸਕਿਆ ਵੀ ਇਹ ਇੱਕ ਦੂਜੇ ਨਾਲ ਇਸ ਵੇ 'ਚ ਹੀ ਕਿਉਂ ਰਿਐਕਟ ਕਰਦੇ ਨੇ। ਇਹ ਸਾਰੇ ਹੁਣ ਆਪਾਂ ਲਵਾਂਗੇ ਸਾਰੇ ਕਾਰਬੋਨਾਈਲ ਹੀ, ਪਰ ਉਹ ਸਾਰੇ ਅਲੱਗ-ਅਲੱਗ ਤਰੀਕੇ ਨਾਲ ਰਿਐਕਟ ਕਰਦੇ ਨੇ ਐਮੋਨੀਆ ਦੇ ਨਾਲ ਰਾਜੇ। ਕਿਉਂਕਿ ਐਸਟਲਡੀਹਾਈਡ ਆਪਾਂ ਨੂੰ ਪਤਾ ਹੀ ਹੈ, ਦੈਟ ਇਜ਼ CH3H ਐਂਡ ਅਮੋਨੀਆ ਇਜ਼ NH3। ਸੋ ਇਹਨੂੰ ਮੈਂ ਇਸ ਵੇ 'ਚ ਲਿਖਦਾ, we know that this carbon is partial positive, oxygen is partial negative, and on N partial negative। ਸੋ ਨੈਗੇਟਿਵ ਵਾਲੀ ਚੀਜ਼ ਇਹਦੇ ਨਾਲ ਲੱਗੂਗੀ, ਪੋਜ਼ਿਟਿਵ ਵਾਲੀ ਚੀਜ਼ ਇਸ ਨਾਲ ਲੱਗੂਗੀ। ਠੀਕ ਹੈ, ਸੋ ਇਹ ਚੀਜ਼ ਤਾਂ ਆਪਾਂ ਪਹਿਲਾਂ ਵੀ ਦੱਸੀ ਹੈ। ਠੀਕ ਹੈ, ਸੌਰੀ ਉਹ ਠੀਕ ਹੈ, ਇਸ ਆਪਾਂ ਅਟੈਚਮੈਂਟ ਕਰਨੀ ਹੈ ਇਸ ਤਰ੍ਹਾਂ ਐਵੇਂ। ਠੀਕ ਹੈ, ਸੋ ਇੱਥੇ ਕੀ ਲੱਗ ਜਾਏਗਾ ਰਾਜੇ OH, ਔਰ ਇੱਥੇ ਆਪਾਂ ਨੇ ਅਟੈਚਮੈਂਟ ਕਿਹਦੀ ਕਰਨੀ ਹੈ NH2। ਠੀਕ ਹੈ, ਸੋ this H positive comes towards O and N attaches to the carbon। ਠੀਕ ਹੈ, ਨਾਓ ਇਹ ਹੁੰਦਾ ਰਾਜੇ ਐਸਟਲਡੀਹਾਈਡ ਐਮੋਨੀਆ ਐਡਕਟ। ਇਹਨੂੰ ਕੀ ਬੋਲਦੇ ਨੇ? ਐਸਟਲਡੀਹਾਈਡ ਐਮੋਨੀਆ ਐਡਕਟ। ਠੀਕ ਹੈ, ਇਹ ਬਹੁਤ ਜ਼ਿਆਦਾ ਸਟੇਬਲ ਨਹੀਂ ਹੁੰਦਾ, ਇਹਨੂੰ ਅਸੀਂ ਅੱਗੇ ਹੀਟ ਕਰਕੇ, ਠੀਕ ਹੈ, ਜਸਟ ਔਨ ਵਾਰਮਿੰਗ ਇੱਥੋਂ ਵਾਟਰ ਨਿਕਲ ਜਾਂਦਾ ਹੁੰਦਾ ਰਾਜੇ OH ਐਂਡ H। ਠੀਕ ਹੈ, ਇਹ ਵਾਲਾ OH, ਇੱਥੋਂ ਇੱਕ H, ਸੋ ਇਹ ਬਾਹਰ ਨਿਕਲ ਗਿਆ। ਜਦੋਂ ਇਹ ਨਿਕਲ ਜੂਗਾ ਇੱਥੇ ਬੌਂਡ ਆਟੋਮੈਟਿਕਲੀ ਕਿਹੜਾ ਹੋ ਜਾਊਗਾ ਡਬਲ, NH ਰਹਿ ਜਾਏਗਾ ਰਾਜੇ। ਠੀਕ ਹੈ, ਉਰੋਂ OH ਅਤੇ ਉਰੋਂ H ਡਬਲ ਬੌਂਡ ਹੈ, ਆਈਮੀਨ ਬਣ ਗਿਆ। ਇਹਦਾ ਆਪਾਂ ਪਹਿਲਾਂ ਵੀ ਬਣਾਇਆ ਹੋਇਆ ਐਸੀਟਾਲ ਡਾਈਮੀਨ, ਐਸੀਟਾਲ ਡਾਈਮੀਨ। ਠੀਕ ਹੈ, ਸੋ ਇਹ ਫਸਟ ਐਕਸੈਪਸ਼ਨਲ ਰਿਐਕਸ਼ਨ ਹੈ ਰਾਜੇ। ਠੀਕ ਹੈ, ਲੇਕਿਨ ਇਹਦੇ ਵਿੱਚ ਰਾਜੇ ਇੱਕ ਪੁਆਇੰਟ ਇਹੀ ਹੈ ਵੀ ਇਹੀ ਰਿਐਕਸ਼ਨ ਇਹ ਐਲੀਫੈਟਿਕ ਐਲਡੀਹਾਈਡ ਹੈ। ਇਹੀ ਰਿਐਕਸ਼ਨ ਜਦੋਂ ਐਰੋਮੈਟਿਕ ਐਲਡੀਹਾਈਡ ਨਾਲ ਹੁੰਦੀ ਆ, ਐਰੋਮੈਟਿਕ ਐਲਡੀਹਾਈਡ ਕਿਹੜਾ ਹੋ ਗਿਆ ਵਿਦ, ਕਿਹੜਾ ਹੋ ਗਿਆ ਬੈਂਜ਼ਲਡੀਹਾਈਡ।
ਲੇਕਿਨ ਇਹ ਬੈਂਜ਼ਲਡੀਹਾਈਡ ਦੇ ਨਾਲ ਰਾਜੇ ਬਿਲਕੁਲ ਹੀ ਅਲੱਗ ਤਰੀਕੇ ਨਾਲ ਰਿਐਕਟ ਕਰਦਾ ਐਮੋਨੀਆ। ਐਸਟਲਡੀਹਾਈਡ ਨਾਲ ਰਿਐਕਟ ਕਰਦਾ ਹੈਗਾ ਇਸ ਵੇ ਦੇ ਨਾਲ, ਠੀਕ ਹੈ। ਇਹਦਾ ਅੱਜ ਤੱਕ ਰਾਜੇ ਇਹ ਆਨਸਰ ਨਹੀਂ ਲੱਭ ਸਕਿਆ ਵੀ ਇਹ ਇਸ ਤਰ੍ਹਾਂ ਦਾ ਯੂਨੀਕ ਬਿਹੇਵੀਅਰ ਕਿਉਂ ਸ਼ੋਅ ਕਰਦੇ ਨੇ, ਬਸ ਇਹਦੀ ਰਿਐਕਸ਼ਨ ਹੈ। ਬੈਂਜ਼ਲਡੀਹਾਈਡ ਬਿਲਕੁਲ ਹੀ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦਾ ਰਾਜੇ। ਬੈਂਜ਼ਲਡੀਹਾਈਡ ਐਵੇਂ ਰਿਐਕਟ ਕਰਦਾ, ਠੀਕ ਹੈ। ਐਟ ਵਨ ਟਾਈਮ benzaldehyde, ammonia, at one time 3 benzaldehyde molecules, ਇੱਕ ਸਮੇਂ ਤੇ 3 benzaldehyde ਦੇ ਜਿਹੜੇ ਮੋਲੀਕਿਊਲ ਨੇ ਉਹ 2 ਮੋਲੀਕਿਊਲ ਐਮੋਨੀਆ ਨਾਲ ਰਿਐਕਟ ਕਰਦੇ ਨੇ। for 3 moles of benzaldehyde 2 moles of ammonia is consumed, ਜਦਕਿ ਉੱਥੇ ਡਿਫਰੈਂਟ ਤਰੀਕੇ ਨਾਲ ਰਿਐਕਟ ਕਰ ਰਹੇ ਨੇ। ਉੱਥੇ ਸਿੱਧਾ ਐਵੇਂ ਰਿਐਕਟ ਕਰਦੇ ਨੇ, ਉਰੇ ਇਸ ਤਰ੍ਹਾਂ ਰਿਐਕਟ ਕਰਦੇ ਨੇ, ਉਰੇ ਰਿਐਕਸ਼ਨ ਇਹ ਇਸ ਤਰ੍ਹਾਂ ਪ੍ਰੋਸੀਡ ਕਰਦੇ ਨੇ, ਠੀਕ ਹੈ। ਇੱਥੋਂ ਵਾਟਰ, ਇੱਥੋਂ ਵੀ ਵਾਟਰ, ਠੀਕ ਹੈ, ਔਰ ਇੱਥੋਂ ਵੀ ਵਾਟਰ, ਠੀਕ ਹੈ। 3 moles of water removed, ਠੀਕ ਹੈ। ਔਰ ਇਹ ਬਣ ਜਾਂਦਾ C6H5CH, C6H5CH, ਡਬਲ ਬੌਂਡ N, ਠੀਕ ਹੈ। ਇਹ ਡਬਲ ਬੌਂਡ डिस्ट्रीब्यूट हो जाएगा 2 सिंगल्स, CH6 ये वाला, ठीक है। इस कंपाउंड ਨੂੰ ਨਾਮ ਦਿੰਦੇ ਨੇ ਹਾਈਡਰੋਬੈਂਜ਼ੇਮਾਈਡ, ठीक है, विद बेंजल्डिहाइड। लेकिन ये जी ਐਲੀਫੈਟਿਕ ਜਿਹੜੀ ਕੀਟੋਨਸ ਨੇ, ਕੀਟੋਨਸ ਦੇ ਨਾਲ ਬਹੁਤ ਹੀ ਡਿਫਰੈਂਟ ਤਰੀਕੇ ਨਾਲ, ਉਹਦੇ ਨਾਲ ਵੀ ਬਹੁਤ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦਾ ਐਮੋਨੀਆ ਵਿਦ ਐਸੀਟੋਨ। ਐਸੀਟੋਨ ਦੇ ਨਾਲ ਵੀ ਰਾਜੇ ਇਹ ਬਹੁਤ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦਾ ਹੈ। ਦੇਖੋ ਐਸੀਟੋਨ ਨੇ ਇਸ ਤਰ੍ਹਾਂ ਰਿਐਕਟ ਕਰਦਾ ਹੈ, that is CH3 ਐਸੀਟੋਨ, ਠੀਕ ਹੈ। ਫਸਟ ਇਹ ਐਮੋਨੀਆ ਨਾਲ ਇਸ ਤਰ੍ਹਾਂ ਰਿਐਕਟ ਕਰਦਾ ਹੈ ਜਿਵੇਂ ਕਿ ਸ਼ੁਰੂ 'ਚ ਐਸਟਲਡੀਹਾਈਡ ਕਰਦਾ ਹੈ, ਠੀਕ ਹੈ। ਅਗੇਨ ਉਸੇ ਤਰ੍ਹਾਂ, ਠੀਕ, ਬਿਲਕੁਲ ਸੇਮ ਵੇ ਦੇ ਨਾਲ ਵੀ। ਲੇਕਿਨ ਇਸ ਤੋਂ ਬਾਅਦ ਰਾਜੇ ਇਹ ਬੜੇ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦਾ ਹੈਗਾ। ਇਸ ਤੋਂ ਬਾਅਦ ਇਹ ਕਿਸ ਤਰ੍ਹਾਂ ਐਕਟ ਕਰਦਾ ਹੈ, ਠੀਕ ਹੈ। ਇਟ ਕੰਜ਼ਿਊਮਸ ਸੈਕਿੰਡ ਮੋਲ ਆਫ, ਇਹਨੂੰ ਉਹੀ ਨਾਮ ਦੇਵਾਂਗੇ ਉਵੇਂ, ਐਸੀਟੋਨ ਐਮੋਨੀਆ ਐਡਕਟ, ਠੀਕ ਹੈ। ਤਾਂ ਇੱਥੇ ਇੱਕ ਅਲੱਗ ਤਰੀਕੇ ਨਾਲ ਕਰਦਾ ਹੈ, ਇਟ ਕੰਜ਼ਿਊਮ ਸੈਕਿੰਡ ਮੋਲ ਆਫ ਐਸੀਟੋਨ, ਜਿਹੜਾ ਸੈਕਿੰਡ ਮੋਲ ਐਸੀਟੋਨ ਦਾ ਉਹ ਕੰਜ਼ਿਊਮ ਕਰਦਾ ਹੈ, ਦਿਸ ਵਨ। ਇੱਥੋਂ ਵਾਟਰ ਨਿਕਲ ਜਾਂਦਾ ਰਾਜੇ, ਠੀਕ ਹੈ, ਵਾਟਰ ਨਿਕਲ ਜਾਂਦਾ ਹੈ। ਔਰ ਆਪਣੇ ਕੋਲੇ ਜਿਹੜਾ ਪ੍ਰੋਡਕਟ ਹੈ ਉਹ ਕੁਛ ਇਸ ਤਰ੍ਹਾਂ ਦਾ ਬਣ ਜਾਏਗਾ, CH3 NH2 CH2 CO CH3, ਠੀਕ ਹੈ। ਇਹਦਾ ਕਾਮਨ ਨੇਮ ਹੁੰਦਾ ਡਾਈਐਸੀਟੋਨਮੀਨ, ਇਸ ਦਾ ਕਾਮਨ ਨੇਮ ਹੁੰਦਾ ਡਾਈਐਸੀਟੋਨਮੀਨ, ਠੀਕ ਹੈ। IUPAC ਨੇਮ ਬਣਾਉਣਾ ਬੜਾ ਸਿੰਪਲ ਹੈ ਰਾਜੇ ਇਹਦਾ। ਦੇਖੋ ਲੌਂਗੈਸਟ ਚੇਨ ਗਿਣ ਲਓ, 1 2 3 4 5, ਠੀਕ ਹੈ। 1 2 3 4 5, and after selecting this longest chain there are 2 substituents, that is methyl, ਇਹ ਸੈਕੰਡਰੀ ਫੰਕਸ਼ਨ ਗਰੁੱਪ ਹੈ, ਇਹ ਵੀ ਸਬਸਟੀਟਿਊਐਂਟ ਦੇ ਕੰਮ ਕਰਦਾ। ਅਮਾਈਨੋ, ਸੋ 4 ਨੇ ਦੋਨੋਂ, ਅਮਾਈਨੋ ਦਾ A ਪਹਿਲਾਂ ਆਉਂਦਾ, ਮਿਥਾਈਲ ਦਾ M ਬਾਅਦ 'ਚ, ਸੋ ਇਹਦਾ IUPAC ਨੇਮ ਬਣੂਗਾ 4 ਐਮਾਈਨੋ 4 ਮਿਥਾਈਲ,
5 ਦੀ ਚੇਨ ਆ, ਦੂਸਰੀ ਤੇ ਕੀਟੋਨ ਹੈ, ਸੋ ਪੈਂਟਨ 2 ਓਨ। ਜਦ ਕਿ ਇਹਦਾ ਕਾਮਨ ਨੇਮ ਹੁੰਦਾ ਡਾਈ ਐਸੀਟੋਨ ਅਮੀਨ। ਐਸੀਟੋਨ ਦੀ ਈ ਕੱਟਤੀ ਕਿਉਂਕਿ ਇਹ ਆ ਗਿਆ, ਠੀਕ ਹੈ। ਵੈਸੇ ਕਾਮਨ 'ਚ ਲੱਗਦਾ ਨਹੀਂ, ਕਿਤੇ ਕਿਤੇ ਲਗਾ ਆਉਂਦੇ ਨੇ। ਸੋ ਇਹ ਜੀ ਯੂਨੀਕ ਬਿਹੇਵੀਅਰ ਹੈ। ਅੱਜ ਤੱਕ ਕੈਮਿਸਟਰੀ 'ਚ ਇਹ ਚੀਜ਼ ਨਹੀਂ ਪਤਾ ਲੱਗ ਸਕੀ ਕਿ ਐਮੋਨੀਆ ਐਸਟਲਡੀਹਾਈਡ ਦੇ ਨਾਲ ਜਿਸ ਤਰ੍ਹਾਂ ਰਿਐਕਟ ਕਰਦਾ, ਹੋਮਿਓ ਐਰੋਮੈਟਿਕ ਨਾਲ ਨਹੀਂ ਕਰਦਾ। ਜਿਸ ਤਰ੍ਹਾਂ ਇਹਦੇ ਨਾਲ ਐਸਟਲ ਨਹੀਂ ਕਰਦਾ, ਐਸੀਟੋਨ ਨਾਲ ਇੱਕ ਫੇਜ਼ ਮੈਚ ਕਰਦਾ ਪਰ ਅਗਲੇ 'ਚੋਂ ਫੇਰ ਡਿਫਰ ਕਰਦਾ, ਠੀਕ ਹੈ। ਲੇਕਿਨ ਅਜੇ ਸਾਨੂੰ ਪਤਾ ਹੋਣਾ ਚਾਹੀਦਾ, ਬਿਕੋਜ਼ ਚਾਹੇ ਜਿੱਦਣ ਇਹਦੇ ਰੀਜ਼ਨ ਲੱਭੇ ਜਾਣਗੇ ਉਹ ਅਲੱਗ ਗੱਲ ਹੈ, ਲੇਕਿਨ ਚਾਹੇ ਐਕਸੈਪਸ਼ਨਲ ਚੀਜ਼ਾਂ ਨੇ, ਲੇਕਿਨ ਪਤਾ ਹੋਣੇ ਚਾਹੀਦੇ ਨੇ, ਠੀਕ ਹੈ। ਤਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਹੋਰ ਚੀਜ਼ ਪੋਲੀਮਰਾਈਜੇਸ਼ਨ ਬਾਰੇ ਦੱਸੂਗਾ, ਐਕਸੈਪਸ਼ਨਲ ਹੀ ਰਹੇ, ਠੀਕ ਹੈ। ਸੋ ਨੈਕਸਟ ਹੈ ਜੀ ਐਕਸੈਪਸ਼ਨਲ ਪੋਲੀਮਰਾਈਜੇਸ਼ਨ ਰਿਐਕਸ਼ਨਸ ਆਫ ਕਾਰਬੋਨਾਈਲ ਕੰਪਾਊਂਡ। ਫਸਟ ਹੈ ਜੀ ਪੋਲੀਮਰਾਈਜੇਸ਼ਨ ਆਫ ਫਾਰਮਲਡੀਹਾਈਡ ਮਿਥੇਨਲ, ਠੀਕ ਹੈ। ਅਗਰ ਜੀ ਆਪਾਂ ਫਾਰਮਲਡੀਹਾਈਡ ਨੂੰ ਰੂਮ ਟੈਂਪਰੇਚਰ 'ਤੇ, ਠੀਕ ਹੈ, ਕੁਛ ਟਾਈਮ ਆਪਾਂ ਨੂੰ ਰੱਖ ਦਈਏ ਤਾਂ ਵੀ ਰਾਜੀ ਉਹ ਪੋਲੀਮਰਾਈਜ਼ ਕਰ ਜਾਂਦੇ ਨੇ ਮੋਲੀਕਿਊਲ, ਠੀਕ ਹੈ। ਅਤੇ ਪੋਲੀਮਰਾਈਜ਼ ਕਰਕੇ ਇੱਕ ਵਾਈਟ ਸੋਲਿਡ ਬਣਾ ਦਿੰਦੇ ਨੇ, ਜਿਹਨੂੰ ਕਹਿੰਦੇ ਟਰਾਈਓਕਜ਼ੇਨ ਜਾਂ ਮੈਟਾਫਾਰਮਲਡੀਹਾਈਡ। ਮਤਲਬ ਆਪਾਂ ਇੱਕ ਲਿਖ ਸਕਦੇ ਹਾਂ ਉਰੇ ਕਿ ਵੈਨ ਫਾਰਮਲਡੀਹਾਈਡ ਇਜ਼ ਅਲਾਊਡ ਟੂ ਸਟੈਂਡ at room temperature, a polymerization reaction starts and forms a white solid called trioxane and metaformaldehyde, ठीक है। सो फर्स्ट एक्सेप्शनल रिएक्शन है, वो रिएक्शन इस तरह होंगी है जी, ये होंगे फॉर्मलडिहाइड, ठीक है। इस तरह करने ने 3 मॉलिक्यूल्स पॉलीमराइज करते हैं, CH2O, ठीक है। अल्टरनेटिव विथ 2 O या 2 CH2 इकट्ठे नहीं करने, जिमें O आ तो ये तो आ CH2 वाला, इतने फिर O आ गया, अगला फिर CH2 वाला, ठीक है। सो ये शिफ्टिंग पॉलीमराइजेशन इस तरह, ठीक है। अलाउड टू स्टैंड, ठीक है। इन्होंने रीजनस अननोन ने राजे भी इस तरह क्यों करते हैं पॉलीमराइज। रूम टैंपरेचर ते फॉर्मलडिहाइड के मॉलीक्यूल हौली हौली नेड़े आके इस तरह ही पॉलीमराइज क्यों करते हैं, ठीक है। अननोन रीजनस ने, एक्सैप्शनल रिएक्शनस ने। थोड़ा मैं दस रही इन्होंने बारे क्वेश्चन दस तक कदे नहीं आया, लेकिन सानू पता होना चाहिए जी, ठीक है। सो ये पॉलीमराइजेशन तो बाद की बन जाएगा CH2O O CH2 2O, this molecule is called trioxane, बट ज़्यादातर नाम जो यूज़ होंगे ट्राईओक्जेन भी लिखा होंगे, ये भी बहुत नाम यूज़ होंगे मैटाफॉर्मलडिहाइड, ठीक है। वाइट सॉलिड होंगे। लेकिन अगर रजे अगर जिहड़ा एक्को सल्यूशन है फॉर्मलडिहाइड का वो 40% लेंदे ने, वैन एक्को सल्यूशन 40% एक्को सल्यूशन ऑफ फॉर्मलडिहाइड उन्होंने फॉर्मेलिन भी बोलते हैं, FORMALIN फॉर्मेलिन, ठीक है। तो इस जो मतलब एक्को सल्यूशन 40% फॉर्मलडिहाइड दे उन्होंने फॉर्मेलिन बोलते हैं। जो उन्होंने इवैपोरेट किया जाता, इज़ इवैपोरेटिड टू ड्राईनैस ऑन ए वाटर बाथ, ਤਾਂ ਵੀ ਰਾਜੀ ਉਹ ਆਪਸ 'ਚ ਮਿਲ ਕੇ ਪੋਲੀਮਰ ਬਣਾ ਦਿੰਦੇ ਨੇ, ਠੀਕ ਹੈ। ਉਹ ਵੀ ਵਾਈਟ ਜਿਹਾ ਸੋਲਿਡ ਹੁੰਦਾ ਹੈਗਾ। ਤਾਂ ਉਹ ਇਸ ਤਰ੍ਹਾਂ ਹੁੰਦੀ ਹੈ, ਜਿਵੇਂ ਆਪਾਂ ਕਹਿੰਦੇ ਆ ਕਿ ਦੈਟ ਇਜ਼ ਫਾਰਮਲਡੀਹਾਈਡ NHCHO। ਇਹ ਉਦੋਂ ਹੁੰਦੀ ਹੈ ਜਦੋਂ ਆਪਾਂ ਫਾਰਮਲਡੀਹਾਈਡ ਦਾ ਐਕੋ ਸੋਲਿਊਸ਼ਨ ਲੈਂਦੇ ਆ, ਠੀਕ ਹੈ। ਵੈਨ ਐਕੋ ਸੋਲਿਊਸ਼ਨ ਦੈਟ ਇਜ਼ 40%, ਮੈਂ ਬੋਲਤਾ ਤਾਂ ਹੀ ਤੁਸੀਂ ਨੋਟ ਕਰ ਲਿਓ। When aqueous solution that is 40% of formaldehyde called formalin is evaporated to dryness on a water bath, ਜਦੋਂ ਉਹਨੂੰ evaporate ਕੀਤਾ ਜਾਂਦਾ ਡਰਾਈਨੈਸ ਦੇ ਲਈ ਵਾਟਰ ਬਾਥ ਦੇ ਉੱਪਰ,
ਤਾਂ ਵੀ ਰਾਜੇ ਉਹ ਪੋਲੀਮਰਾਈਜ਼ ਕਰ ਜਾਂਦੇ ਨੇ। ਠੀਕ ਹੈ, ਸੋ ਵੈਪੋਰੇਟਡ ਉਹਨੇ ਵਾਟਰ ਬਾਥ, ਉਹਦੇ ਲਈ 100 ਡਿਗਰੀ ਸੈਲਸੀਅਸ ਟੈਂਪਰੇਚਰ ਹੁੰਦਾ ਬੋਇਲਿੰਗ ਵਾਲਾ, ਤਾਂ ਉਹਨੂੰ ਆਪਾਂ ਚਾਹੇ 100 ਡਿਗਰੀ ਸੈਲਸੀਅਸ ਲਿਖ ਦਿਓ ਚਾਹੇ 373 ਕੈਲਵਿਨ, ਗੱਲ ਤਾਂ ਇੱਕੋ ਹੀ ਹੈ। ਸੋ ਇਸ ਤਰ੍ਹਾਂ ਰਾਜੇ ਕਰ ਜਾਂਦੇ ਨੇ CH2O CH2 ਕੰਟੀਨਿਊਸਲੀ ਇਸ ਤਰ੍ਹਾਂ ਚੱਲੀ ਜਾਂਦੀ ਹੈਗੀ ਇਸ ਤਰ੍ਹਾਂ। ਠੀਕ ਹੈ, ਐਵੇਂ O ਫਿਰ ਐਵੇਂ। ਠੀਕ ਹੈ, ਇੱਥੇ ਵੀ CH2O ਇੱਧਰ ਕੰਟੀਨਿਊ ਐਵੇਂ। ਠੀਕ ਹੈ ਨਾ ਜੀ, ਇਹਨੂੰ ਬੋਲਦੇ ਨੇ ਪੈਰਾਫਾਰਮਲਡੀਹਾਈਡ। ਪੈਰਾਫਾਰਮਲਡੀਹਾਈਡ। ਕਈ ਵਾਰੀ 1 ਨੰਬਰ 'ਚ ਕੁਐਸਚਨ ਆਏ ਕਿ ਪ੍ਰੋਡਕਟ ਦਾ ਕੀ ਨੇਮ ਹੋਊਗਾ। ਠੀਕ ਹੈ ਜੀ, ਸੋ ਇਹ ਦੋਨੋਂ ਜਿਹੜੀਆਂ ਪੋਲੀਮਰਾਈਜੇਸ਼ਨਸ ਨੇ ਇਹ ਫਾਰਮਲਡੀਹਾਈਡ ਦੀਆਂ ਨੇ। ਇਹ ਅਗਰ ਆਪਾਂ ਉਹਨੂੰ ਅਲਾਊਡ ਟੂ ਸਟੈਂਡ ਐਟ ਰੂਮ ਟੈਂਪਰੇਚਰ, ਠੀਕ ਹੈ, ਇਹ 373 ਤੇ। ਤਾਂ ਅਗਲੀਆਂ ਤੁਹਾਨੂੰ ਮੈਂ ਦੱਸੂਗਾ ਜੀ ਪੋਲੀਮਰਾਈਜੇਸ਼ਨ ਆਫ ਐਸਟਲਡੀਹਾਈਡ। ਠੀਕ ਹੈ, ਸੋ ਨੈਕਸਟ ਹੈ ਜੀ ਪੋਲੀਮਰਾਈਜੇਸ਼ਨ ਆਫ ਐਸਟਲਡੀਹਾਈਡ। ਇਹਦੇ ਵਿੱਚ ਇਹ ਹੁੰਦਾ ਹੈ ਜਿਹੜਾ ਐਸਟਲਡੀਹਾਈਡ ਹੈ, ਠੀਕ ਹੈ, ਵੈਨ ਐਸਟਲਡੀਹਾਈਡ ਇਜ਼ ਟ੍ਰੀਟਡ ਵਿਦ ਫਿਊ ਡ੍ਰੌਪਸ ਆਫ concentrated sulfuric acid at room temperature। ਰੂਮ ਟੈਂਪਰੇਚਰ ਦੇ ਵਿੱਚ ਜੇ ਆਪਾਂ ਐਸਟਲਡੀਹਾਈਡ ਦੇ ਵਿੱਚ ਕੁਝ ਡ੍ਰੌਪਸ ਸਲਫਿਊਰਿਕ ਐਸਿਡ ਦੇ ਪਾ ਦਈਏ ਤਾਂ ਉਹ ਵੀ ਰਾਜੇ ਪੋਲੀਮਰਾਈਜੇਸ਼ਨ ਇਨੀਸ਼ੀਏਟ ਕਰ ਦਿੰਦੇ ਨੇ। ਠੀਕ ਹੈ, ਇੱਕ ਰੈਪਿਡ ਰਿਐਕਸ਼ਨ ਹੁੰਦੀ ਹੈ ਐਕਸੋਥਰਮਿਕ। ਠੀਕ ਹੈ, ਔਰ ਇੱਕ ਟਰਾਈਮਰ ਬਣ ਜਾਂਦਾ। ਇਹ ਰਿਐਕਸ਼ਨ ਬਿਲਕੁਲ ਸੇਮ ਟੂ ਸੇਮ ਰਾਜੇ ਜਿਵੇਂ ਆਪਾਂ ਪਹਿਲਾ ਕੇਸ ਫਾਰਮਲਡੀਹਾਈਡ ਦਾ ਕੀਤਾ, ਇਹ ਬਿਲਕੁਲ ਸੇਮ ਟੂ ਸੇਮ ਹੈ ਰਾਜੇ ਇਹਦੇ ਨਾਲ। ਠੀਕ ਹੈ, ਜਿਹੜੀ ਇਹ ਵਾਲੀ ਹੈ ਨਾ ਕਿ ਵੈਨ acetaldehyde is treated with few drops of concentrated uric acid at room temperature, a rapid ਇਹ ਐਕਸੋਥਰਮਿਕ ਬਹੁਤ ਹੁੰਦੇ ਰਹੇ ਸੀ। ਰੈਪਿਡ ਐਕਸੋਥਰਮਿਕ ਰਿਐਕਸ਼ਨ occurs with the formation of a trimer called ਪੈਰਾਐਲਡੀਹਾਈਡ। ਇਹਨੂੰ ਜਿਹਨੂੰ ਕੀ ਬੋਲਦੇ ਨੇ ਪੈਰਾਐਲਡੀਹਾਈਡ। ਇਹ ਰਿਐਕਸ਼ਨ ਬਿਲਕੁਲ ਸੇਮ ਟੂ ਸੇਮ ਜਿਵੇਂ ਆਪਾਂ ਫਸਟ ਪੋਲੀਮਰਾਈਜੇਸ਼ਨ ਫਾਰਮਲਡੀਹਾਈਡ ਦੀ ਕੀਤੀ ਹੈ ਬਿਲਕੁਲ ਉਵੇਂ ਹੈ। ਉੱਥੇ ਪਰ ਜਿਹੜਾ ਨਾਮ ਹੈਗਾ ਜਿਵੇਂ 3 ਮੋਲੀਕੂਲ ਉਹਦੇ ਨੇ ਉਵੇਂ 3 ਇਹਦੇ ਹੁੰਦੇ ਨੇ। ਉੱਥੇ ਨਾਮ ਮੈਟਾਫਾਰਮਲਡੀਹਾਈਡ ਹੈ, ਇੱਥੇ ਨਾਮ ਪੈਰਾਐਲਡੀਹਾਈਡ ਹੈ। ਇਹ ਹੈ ਜੀ ਯਾਦ ਰੱਖਣਾ, ਰਿਐਕਸ਼ਨ ਉਵੇਂ ਹੈ ਜਿਵੇਂ ਆਪਾਂ ਲਿਖਿਆ ਨਾ CH2O ਡਬਲ ਬੌਂਡ, ਮੇਰੇ ਇਹ ਹੈ ਉਹ H ਦੀ ਜਗ੍ਹਾ ਤੇ ਇੱਕ CH3 ਪਾ ਦਿਓ। ਠੀਕ ਹੈ, ਉਸੇ ਤਰ੍ਹਾਂ ਫਿਰ ਇੱਧਰ CH, ਠੀਕ ਹੈ, ਫਿਰ ਇੱਧਰ O, ਫਿਰ ਇੱਧਰ ਕੀ ਲਗਾ ਦਿਓ ਨਾਲ ਕੀ ਲਗਾ ਦਿਓ CH3, ਫਿਰ ਉਸੇ ਤਰ੍ਹਾਂ CHO, ਫਿਰ ਇੱਧਰ ਕੀ ਲਗਾ ਦਿਓ। ਬਸ ਉਵੇਂ ਬਣ ਜੂਗਾ ਜੀ ਜਿਵੇਂ ਆਪਾਂ ਬਣਾਇਆ ਹੈਗਾ। few drops of H2SO4 at room temperature, बस बिल्कुल ओम ही है जी। this one, ठीक है। सो CHO O CHO, ठीक है, ਇੱਥੇ CH3 ਹੈ, ਇੱਥੇ CH3 ਹੈ। ਇਸ ਬਿਲਕੁਲ ਸੇਮ ਰਜੀ ਹੋਈ ਹੈ। ਇਹਨੂੰ ਹੀ ਆਪਾਂ ਬੋਲਦੇ ਹਾਂ ਪੈਰਾਐਲਡੀਹਾਈਡ। ਠੀਕ ਹੈ, ਪੈਰਾਐਲਡੀਹਾਈਡ ਇਹ ਬੜਾ ਸਵੀਟ ਸਮੈਲਿੰਗ ਜਿਹਾ ਲਿਕੁਇਡ ਹੁੰਦਾ ਇਹ। ਠੀਕ ਹੈ, ਪੈਰਾਐਲਡੀਹਾਈਡ is a sweet smelling liquid and is used in
medicine as hypnotic। hypnotic ਰਾਜੇ ਉਹ ਮੈਡੀਸਨਸ ਹੁੰਦੀਆਂ ਨੇ ਸਲੀਪ ਇੰਡਿਊਸਿੰਗ, ਜਿਨ੍ਹਾਂ ਦੇ ਨਾਲ ਨੀਂਦ ਆ ਜਾਂਦੀ ਹੈ ਖਾ ਕੇ। ਠੀਕ ਹੈ, ਸਲੀਪ ਇੰਡਿਊਸਿੰਗ ਡਰੱਗਸ ਔਰ ਸਲੀਪ ਇੰਡਿਊਸਿੰਗ ਮੈਡੀਸਨਸ ਜਿਹੜੀਆਂ ਨੇ ਉਹਨੂੰ ਆਪਾਂ ਹਿਪਨੋਟਿਕ ਬੋਲਦੇ ਹਾਂ ਜੀ। ਠੀਕ ਹੈ, ਲੇਕਿਨ ਰਾਜੇ ਇਹਦਾ ਦੂਸਰਾ ਐਕਸੈਪਸ਼ਨਲ ਬਿਹੇਵੀਅਰ ਇਹ ਆ ਕਿ ਅਗਰ ਅਸੀਂ ਐਸਟਲਡੀਹਾਈਡ ਦੇ ਸੈਂਪਲ ਨੂੰ ਕੂਲ ਕਰੀਏ, ਠੀਕ ਹੈ, ਵਿਦ concentrated sulfuric acid or dry HCl at 0 ਡਿਗਰੀ ਸੈਲਸੀਅਸ, ਠੀਕ ਹੈ, ਉੱਥੇ ਵੀ ਰਾਜੇ ਫਿਰ ਤੁਹਾਡੇ ਕੋਲੇ ਇੱਕ ਵਾਈਟ ਸੋਲਿਡ ਬਣਦਾ ਹੈ। ਉਹਨੂੰ ਆਪਾਂ ਬੋਲਣਾ ਹੈਗਾ, ਜਿਵੇਂ ਉਹਦੇ ਵਿੱਚ ਆਪਾਂ ਬੋਲਦੇ ਸੀ ਇਹ 'ਚ ਇਹਨੂੰ ਬੋਲਿਆ ਹੈਗਾ, ਉਹਨੂੰ ਆਪਾਂ ਬੋਲਾਂਗੇ ਰਾਜੇ ਮੈਟਾ ਐਲਡੀਹਾਈਡ। ਠੀਕ ਹੈ, ਮੈਟਾ ਐਲਡੀਹਾਈਡ, ਉਹ ਵੀ ਸਾਈਕਲਿਕ ਟਰਾਈਮਰੀ ਹੋਊਗਾ। ਮੈਟਾ ਐਲਡੀਹਾਈਡ ਇੱਕ ਸਾਈਕਲਿਕ ਟਰਾਈਮਰ। ਠੀਕ ਹੈ, ਇਹ ਵੀ ਸਾਈਕਲਿਕ ਹੀ ਨੇ। ਤਾਂ ਇਹਦੇ ਵਿੱਚ ਰਾਜੇ ਆਪਾਂ ਇਹ ਕਹਿ ਸਕਦੇ ਹਾਂ ਕਿ ਔਨ ਕੂਲਿੰਗ ਐਸਟਲਡੀਹਾਈਡ with drops of concentrated sulfuric acid or dry HCl at 0 ਡਿਗਰੀ ਸੈਲਸੀਅਸ। ਠੀਕ ਹੈ, ਫਿਰ ਵੀ ਰਾਜੇ ਇੱਕ ਜਿਹੜਾ ਹੈਗਾ ਨਾ ਉਹ ਵਾਈਟ ਸੋਲਿਡ ਪ੍ਰੋਡਿਊਸ ਹੁੰਦਾ ਹੈ। ਠੀਕ ਹੈ, ਸਾਈਕਲਿਕ ਓਮੀਟੈਟਰਾਮਰ, ਇਹ 'ਚ 4 ਜੁੜਦੇ ਨੇ ਰਾਜੇ ਆਪਸ ਦੇ ਵਿੱਚ। ਠੀਕ ਹੈ, ਸਾਈਕਲਿਕ ਟੈਟਰਾਮਰ ਇਜ਼ ਫਾਰਮਡ। ਦੇਖੋ ਇਹ ਇਸ ਤਰ੍ਹਾਂ ਜੁੜਦੇ ਨੇ ਰਾਜੇ, CH3 CH ਐਸਟਲਡੀਹਾਈਡ, CH3 CH, ਇਹ ਵੀ ਐਸਟਲਡੀਹਾਈਡ। ਠੀਕ ਹੈ ਰਾਜੇ, ਇਸੇ ਤਰ੍ਹਾਂ ਇੱਧਰ ਹੁੰਦਾ CH3 CH, ਇਹ ਵੀ ਐਸਟਲਡੀਹਾਈਡ। ਤੇ ਇਸੇ ਤਰ੍ਹਾਂ ਜੇ ਇੱਧਰ ਹੁੰਦਾ ਹੈਗਾ CH3 CH, ਐਵੇਂ ਰਾਜੇ। ਠੀਕ ਹੈ, ਇਹ 'ਚ 4 ਮੋਲੀਕਿਊਲ ਪੋਲੀਮਰਾਈਜ਼ ਹੁੰਦੇ ਨੇ। ਸੋ ਇਸ ਤਰ੍ਹਾਂ ਜੁੜ ਜਾਂਦੇ ਨੇ, ਐਵੇਂ ਇਸ ਤਰ੍ਹਾਂ। ਠੀਕ ਹੈ, ਇਹ ਇੱਧਰ ਆਪਸ ਜੁੜ ਜਾਂਦੇ ਨੇ ਪੋਲੀਮਰਾਈਜ਼। ਠੀਕ ਹੈ, 0 ਡਿਗਰੀ ਸੈਲਸੀਅਸ 'ਤੇ। ਔਰ ਸਟਰਕਚਰ ਬਣੀ ਤਾਂ ਬਿਲਕੁਲ ਹੀ ਸਿੰਪਲ ਹੈ ਇਹਦੀ, CH3 CHO CH CH3, ਐਵੇਂ ਨੀਚੇ ड्रा कर दो CH3 CHO CH CH3। ਠੀਕ ਹੈ, ਹੁਣ ਦੇਖੋ ਵੀ ਜਿਹੜੀ ਬੌਂਡ ਦੀ ਸ਼ਿਫਟਿੰਗ ਹੈ, ਆਪਾਂ 4 ਰਾਜੇ ਆਪਸ ਦੇ ਵਿੱਚ ਕੀ ਕਰਤੇ, ਜੁਆਇਨ ਕਰਤੇ। ਠੀਕ ਹੈ, ਸੋ ਇਹ ਹੁਣ 2 ਜਗ੍ਹਾ 'ਤੇ ਬੌਂਡ ਰਾਜੇ ਹੋਰ ਬਣਾਉਣਗੇ। ਕਿੱਥੇ ਵੈਸੇ ਤੁਸੀਂ ਬੌਂਡ ਦੇਖੋ ਵੀ ਰਾਜੇ ਕਿਹਦੇ ਨਹੀਂ ਪੂਰੇ ਹੋਏ, ਇਹਦੇ ਰਹਿੰਦੇ ਨੇ, ਆਕਸੀਨਾ ਵੀ ਰਹਿੰਦੇ ਨੇ ਰਾਜੇ ਹਜੇ। ਸੋ ਆਹ ਇਹ ਕਾਮਨ ਬਣੂਗਾ ਐਵੇਂ। ਇਹਨੂੰ ਬੋਲਦੇ ਨੇ, ਇਹਨੂੰ ਆਪਾਂ ਬੋਲਿਆ ਪੈਰਾਐਲਡੀਹਾਈਡ, ਇਹਨੂੰ ਬੋਲਦੇ ਨੇ ਮੈਟਾ ਐਲਡੀਹਾਈਡ। ਮੈਟਾ ਐਲਡੀਹਾਈਡ। ਠੀਕ ਹੈ, ਸੋ ਇਹ ਰਾਜੇ ਸਾਰੇ ਨਾ ਐਕਸੈਪਸ਼ਨਲ ਕੇਸ ਨੇ। ਇਹ ਵੀ ਰਾਜੇ ਇੱਕ ਤਰ੍ਹਾਂ ਦਾ ਆਪਣੇ ਕੋਲੇ ਵਾਈਟ ਸੋਲਿਡ ਹੀ ਹੁੰਦਾ ਹੈਗਾ। ਠੀਕ ਹੈ, ਵਾਈਟ ਸੋਲਿਡ। ਜੇ ਆਪਾਂ ਦੁਬਾਰਾ ਸਲਫਿਊਰਿਕ ਐਸਿਡ ਦੇ ਨਾਲ ਇਹਨੂੰ ਡਿਸਟਿਲ ਕਰੀਏ, ਇਹ ਦੁਬਾਰਾ ਫਿਰ ਐਸਟਲਡੀਹਾਈਡ ਪ੍ਰੋਡਿਊਸ ਕਰ ਦੂਗਾ ਦੁਬਾਰਾ, ਅਗਰ ਇਹਨੂੰ ਇਸੇ ਨੂੰ ਹੀਟ ਕਰੀਏ। ਠੀਕ ਹੈ, ਉੱਧਰ ਵੀ ਆਈ ਹੈ ਜਿਹੜਾ ਆਪਾਂ ਸੈਕਿੰਡ ਕੇਸ ਕੀਤਾ, ਉੱਧਰ ਉਹ 'ਚ ਵੀ ਆਈ ਹੁੰਦਾ ਹੈਗਾ। ਜੇ ਆਪਾਂ ਹੀਟ ਕਰੀਏ ਉਹ ਦੁਬਾਰਾ ਫਿਰ ਫਾਰਮਲਡੀਹਾਈਡ ਬ੍ਰੇਕਡਾਊਨ ਹੋ ਜਾਂਦਾ ਹੈ। ਠੀਕ ਹੈ, ਸੋ ਇਹ ਸਾਰੇ ਰਾਜੇ ਐਕਸੈਪਸ਼ਨਲ ਕੇਸ ਨੇ, ਇੱਕ ਨੰਬਰਸ ਕਈ ਵਾਰ ਪੁੱਛ ਲੈਂਦੇ ਨੇ। ਸੋ ਇਹ ਸਾਨੂੰ ਆਈਡੀਆ ਰਾਜੇ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਜਿਹੜਾ ਪਾਰਟ ਹੈ ਰਾਜੇ, ਇਹ ਪਾਰਟ ਆਪਾਂ ਟਰਮ 1 'ਚ ਹੀ ਕਵਰ ਕੀਤਾ ਹੋਇਆ। ਦੇਖੋ ਮੈਂ ਤੁਹਾਨੂੰ ਦੱਸਦਾ, ਜਿਵੇਂ ਸਾਨੂੰ ਕਿਹਾ ਜਾਵੇ ਕਿ ਸਬਸਟੀਟਿਊਸ਼ਨ, ਠੀਕ ਹੈ, ਸਬਸਟੀਟਿਊਸ਼ਨ ਰਿਐਕਸ਼ਨਸ ਆਫ, ਸਪੋਜ਼ ਮੈਨੂੰ ਕਿਹਾ ਜਾਂਦਾ ਬੈਂਜ਼ੋਇਕ ਐਸਿਡ
ਜਾਂ ਮੈਨੂੰ ਕਿਹਾ ਜਾਂਦਾ ਬੈਂਜ਼ਲਡੀਹਾਈਡ, ਜਾਂ ਮੈਨੂੰ ਕਿਹਾ ਜਾਂਦਾ ਐਸੀਟੋਫਿਨੋਨ। ਸਾਰਿਆਂ 'ਚ ਕਾਮਨ ਗੱਲ ਹੈ ਰਾਜੇ ਇੱਕ, ਸਬਸਟੀਟਿਊਸ਼ਨ ਰਿਐਕਸ਼ਨਸ ਆਫ ਬੈਂਜ਼ੋਇਕ ਐਸਿਡ, ਜਾਂ ਫਿਰ ਇਹਦੀ ਜਗ੍ਹਾ 'ਤੇ ਮੈਨੂੰ ਕਿਹਾ ਜਾਂਦਾ ਬੈਂਜ਼ਲਡੀਹਾਈਡ, ਜਿਹੜੀ ਆਪਾਂ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਪੜ੍ਹਦੇ ਹੁੰਦੇ ਆ, ਜਾਂ ਮੈਨੂੰ ਕਿਹਾ ਜਾਂਦਾ ਐਸੀਟੋਫਿਨੋਨ। ਇਹ ਸਾਰੇ 'ਚ ਪਹਿਲੀ ਗੱਲ ਤਾਂ ਕਾਮਨ ਗੱਲ ਰਾਜੇ ਇਹ ਹੈ ਕਿ ਸਾਰੇ ਮੈਟਾ ਡਾਇਰੈਕਟਿੰਗ ਨੇ। ਆਪਾਂ +1 ਦੇ ਵਿੱਚ ਇੱਕ ਸ਼ਾਰਟਕਟ ਤਰੀਕਾ ਸਿੱਖਿਆ ਸੀ, ਦੇਖੋ ਜਿਵੇਂ ਕੋਈ ਵੀ ਲੈ ਲਓ ਇਹਨਾਂ ਵਿੱਚੋਂ, ਸਾਰੇ ਆਪੇ ਪੜ੍ਹੇ ਹੋਏ ਨੇ ਰਾਜੇ। ਜਿਵੇਂ ਇਹ ਬੈਂਜ਼ੋਇਕ ਐਸਿਡ ਹੈ ਬੇਟਾ, ਇਹ ਬੈਂਜ਼ੋਇਕ ਸਿੱਧਾ ਵੀ ਲਿਖ ਸਕਦੇ ਹਾਂ COH। ਮੈਂ ਤੁਹਾਨੂੰ ਸ਼ਾਰਟਕਟ ਤਰੀਕਾ ਦੱਸਿਆ ਸੀ, ਵੈਸੇ ਤਾਂ ਆਪਾਂ ਸਾਰਿਆਂ ਨੂੰ ਆਉਂਦੀ ਵੀ ਹੈ ਰੈਜ਼ੋਨੈਂਸ ਕਰਨੀ, ਪਰ ਉਰੇ ਲੋਡ ਨਹੀਂ ਹੈ ਰਾਜੇ। ਜਿਹੜੀ ਇਹ ਕਾਰਬਨ ਹੈਗੀ ਆ, ਅਗਰ ਰਿੰਗ ਦੇ ਨਾਲ ਜਿਹੜਾ ਐਟਮ ਡਾਇਰੈਕਟਲੀ ਅਟੈਚ ਆ ਉਹਦੇ ਕੋਲ ਕੋਈ ਲੋਨ ਪੇਅਰ ਨਹੀਂ ਹੈਗਾ ਤਾਂ ਉਹ ਚੀਜ਼ ਮੈਟਾ ਡਾਇਰੈਕਟਿੰਗ ਹੁੰਦੀ ਹੈ। ਠੀਕ ਹੈ, ਸਪੋਜ਼ ਹੁਣ ਮੈਂ ਤੁਹਾਨੂੰ ਯਾਦ ਕਰਾਉਣਾ ਮੈਂ ਕੀ ਕਹਿ ਰਿਹਾ, ਔਰ ਇਹ ਚੀਜ਼ਾਂ ਸਾਰੀਆਂ ਆਪਾਂ ਪੜ੍ਹੀਆਂ ਹੋਈਆਂ ਨੇ ਰਾਜੇ। ਸਪੋਜ਼ ਮੈਨੂੰ ਇਹ ਕਿਹਾ ਜਾਂਦਾ ਹੈਗਾ ਵੀ ਇਹਦੀ ਤੁਸੀਂ ਕਰੋ ਕਲੋਰੀਨੇਸ਼ਨ। ਠੀਕ ਹੈ, ਸਪੋਜ਼ ਮੈਂ ਕੈਟਲਿਸਟ ਉਹੀ ਲੈਂਦੇ ਹੁੰਦੇ ਆਪਾਂ AlCl3, ਸਪੋਜ਼ ਮੈਂ ਅਗਰ ਇਹ ਵੀ ਲੈ ਲਾਂ, ਗੱਲ ਤਾਂ ਇਹਨੇ ਵੀ ਉਹੀ ਮਕਸਦ ਪੂਰਾ ਕਰਨਾ। ਲਾਈਕ AlCl3 ਆਲਸੋ ਐਕਟ ਐਜ਼ ਅ ਲੂਇਸ ਐਸਿਡ। ਸੋ ਕਿਉਂਕਿ ਇਹ ਮੈਟਾ ਡਾਇਰੈਕਟਿੰਗ ਹੈ, ਨਾ, ਸੋ COOH ਮੈਟਾ ਤੇ ਕੀ ਲੱਗ ਜਾਊਗਾ Cl, ਕਲੋਰੀਨੇਸ਼ਨ ਹੋ ਗਈ ਹੈ ਨਾ, ਮੈਟਾ ਕਲੋਰੋਬੈਂਜ਼ੋਇਕ ਐਸਿਡ। ਅਗਰ ਮੈਨੂੰ ਕਿਹਾ ਜਾਂਦਾ ਇਹਦੀ ਨਾਈਟ੍ਰੇਸ਼ਨ ਕਰੋ, ਨਾਈਟ੍ਰੇਸ਼ਨ ਆਪਾਂ ਬਥੇਰੀ ਵਾਰ ਕੀਤੀ, ਇੰਟਰੋਡਕਸ਼ਨ ਆਫ ਨਾਈਟਰੋ ਗਰੁੱਪ। ਕੈਟਲਿਸਟ ਕਿਹੜਾ ਹੁੰਦਾ ਇਹਦੇ ਵਿੱਚ ਕੈਟਲਿਸਟ ਹੁੰਦਾ ਹੈਗਾ ਕਨਸਨਟ੍ਰੇਟਿਡ ਸਲਫਿਊਰਿਕ ਐਸਿਡ। ਤਾਂ ਰਾਜੇ ਇਸ ਪੋਜੀਸ਼ਨ ਤੇ COOH, ਇੱਥੇ ਨਾਈਟਰੋ ਲੱਗ ਜਾਊਗਾ। ਜੇ ਮੈਨੂੰ ਕਿਹਾ ਜਾਂਦਾ ਇਹਦੀ ਸਲਫੋਨੇਸ਼ਨ ਕਰੋ, ਸਲਫੋਨੇਸ਼ਨ ਤਾਂ ਬਹੁਤ ਸਿੰਪਲ ਹੈ, ਕਨਸਨਟ੍ਰੇਟਿਡ ਸਲਫਿਊਰਿਕ ਐਸਿਡ ਆਪ ਹੀ ਆਪਣੀ ਰਿਐਕਸ਼ਨ ਨੂੰ ਕੈਟਲਾਈਜ਼ ਕਰ ਲੈਂਦਾ ਇਹ। ਤਾਂ ਸਲਫੋਨੇਸ਼ਨ 'ਚ ਕੀ ਹੋ ਗਿਆ COOH SO3H। ਠੀਕ ਹੈ, ਸੋ ਇਹ ਰਾਜੇ ਮੈਂ ਨਹੀਂ ਕਹਿੰਦਾ ਕਿ ਮੈਨੂੰ ਬਿਲਕੁਲ ਪਤਾ ਤੁਹਾਨੂੰ ਆਉਂਦੇ ਰਾਜੇ ਇਹ, ਕਿਉਂਕਿ ਅਸੀਂ ਆਰਥੋ ਪੈਰਾ ਡਾਇਰੈਕਟਿੰਗ ਬੜੇ ਪੜ੍ਹੇ ਨੇ, ਇਹ ਮੈਟਾ ਡਾਇਰੈਕਟਿੰਗ ਨੇ। ਹੁਣ ਇਹੀ ਰਿਐਕਸ਼ਨ ਹੈ ਰਾਜੇ, ਕਲੋਰੀਨੇਸ਼ਨ, ਬ੍ਰੋਮੀਨੇਸ਼ਨ ਵੀ ਹੋ ਸਕਦੀ ਹੈ। ਠੀਕ ਹੈ, ਤਾਂ ਨਾਈਟ੍ਰੇਸ਼ਨ ਜਾਂ ਸਲਫੋਨੇਸ਼ਨ, ਇਹੀ ਰਿਐਕਸ਼ਨ ਤੁਸੀਂ ਬੈਂਜ਼ਲਡੀਹਾਈਡ ਨਾਲ ਵੀ ਸ਼ੋਅ ਕਰ ਸਕਦੇ ਹੋ। ਇੱਥੇ COOH ਦੀ ਜਗ੍ਹਾ 'ਤੇ CHO ਲਿਖ ਲਓ, ਬਾਕੀ ਤਾਂ ਸਾਰਾ ਕੁਝ ਉਹੀ ਰਹਿਣਾ ਰਾਜੇ। ਐਸੀਟੋਫਿਨੋਨ ਨਾਲ ਵੀ ਸ਼ੋਅ ਕਰ ਸਕਦੇ ਹੋ। ਐਸੀਟੋਫਿਨੋਨ ਕੀ ਹੁੰਦਾ CO, ਉਰੇ CH3 ਆ ਜਾਊਗਾ OH ਦੀ ਜਗ੍ਹਾ 'ਤੇ। ਰਿਐਕਸ਼ਨ ਦੇ ਜੋ ਐਵੇਂ ਹੀ ਹੋਣੀਆਂ ਨੇ, ਬਿਕੋਜ਼ ਤਿੰਨਾਂ ਦੀ ਕਾਮਨ ਹੈ, ਬੈਂਜ਼ੋਇਕ ਐਸਿਡ, ਬੈਂਜ਼ਲਡੀਹਾਈਡ, ਐਸੀਟੋਫਿਨੋਨ। ਤਿੰਨਾਂ ਦੀ ਹੀ ਨੇਚਰ ਕਿਹੜੀ ਹੈ ਰਾਜੇ, ਤਿੰਨਾਂ ਦੀ ਹੀ ਨੇਚਰ ਇੱਕੋ ਹੀ ਨੇਚਰ ਹੈ। ਤਿੰਨਾਂ ਦੀ ਨੇਚਰ ਕਿਹੜੀ ਹੈ, ਮੈਟਾ ਡਾਇਰੈਕਟਿੰਗ। ਠੀਕ ਹੈ, ਸੋ ਇਹ ਰਹੀ, ਤੁਸੀਂ ਆਪਣੇ ਆਪ ਕਰਕੇ ਦੇਖਿਓ, ਬੈਂਜ਼ਲਡੀਹਾਈਡ ਤੇ ਐਸੀਟੋਫਿਨੋਨ ਸਿਮਿਲਰ। ਦੂਸਰਾ ਇੱਕ ਕੁਐਸਚਨ ਸੋਲਵ ਕਰਕੇ ਦੇਖਿਓ, ਜੋ ਆਪਾਂ ਟਰਮ 1 ਦੇ ਵਿੱਚ ਵੀ ਪੜ੍ਹਿਆ ਹੋਇਆ। ਮੈਨੂੰ ਇਹਦੇ ਵਿੱਚ ਤੁਸੀਂ ਅਰੇਂਜ ਕਰਕੇ ਦੱਸਿਓ, ਅਰੇਂਜ ਦੀ ਫੋਲੋਇੰਗ in order of their pKa values। मैं और कंपाउंड लिख देना जी। फर्स्ट कंपाउंड इज नाइट्रो suppose 3 नाइट्रो benzoic acid and 3 chloro benzoic acid। ਧਿਆਨ 'ਚ ਰਹੇ, ਮੈਨੇ ਤੁਹਾਨੂੰ pKa ਵੈਲਿਊ 'ਚ ਕਿਹਾ, ਵੈਸੇ ਤਾਂ ਮੈਨੂੰ ਲੱਗਦਾ ਤੁਹਾਨੂੰ ਯਾਦ ਹੋਊਗਾ ਹੈ ਨਾ, pKa ਵੈਸੇ ਹੀ ਦੱਸ ਰਿਹਾ ਨੌਲੇਜ ਲਈ, ਇਹ ਤੁਹਾਨੂੰ ਪਤਾ ਵੈਸੇ pKa ਬਰਾਬਰ ਹੁੰਦਾ -log Ka, ਔਰ Ka ਜਿਹੜਾ ਹੁੰਦਾ ਰਾਜੇ, ਮੋਰ ਇਜ਼ ਦੀ ਵੈਲਿਊ ਆਫ Ka, ਸਟਰੋਂਗਰ ਇਜ਼ ਦੀ ਐਸਿਡ।
ਇਹ ਫਾਰਮੂਲਾ pKa ਇਜ਼ ਇਕੁਅਲ ਟੂ ਮਾਈਨਸ log Ka, ਆ ਮੂਰੇ log ਦੇ ਅੱਗੇ ਆ ਮਾਈਨਸ ਲੱਗਿਆ ਹੋਇਆ ਰਾਜੇ, ਠੀਕ ਹੈ। ਸੋ Ka ਜਿੰਨਾ ਵੱਡਾ ਹੁੰਦਾ ਓਨੀ ਐਸਿਡਿਕ ਸਟਰੈਂਥ ਜ਼ਿਆਦਾ ਹੁੰਦੀ ਹੈ। ਇਹਦਾ ਮਤਲਬ pKa ਜਿੰਨਾ ਛੋਟਾ ਹੋਊਗਾ ਓਨੀ ਵੀ ਐਸਿਡਿਕ ਸਟਰੈਂਥ ਜ਼ਿਆਦਾ ਹੋਊਗੀ। ਤਾਂ ਤੁਹਾਨੂੰ ਸਭ ਤੋਂ ਪਹਿਲਾਂ ਰਾਜੇ ਇਹਨਾਂ ਤਿੰਨਾਂ ਵਿੱਚੋਂ ਇਹਨਾਂ ਦੀ ਐਸਿਡਿਕ ਸਟਰੈਂਥ ਦੇਖਣੀ ਪਊਗੀ, ਕਿਹਦੀ ਐਸਿਡਿਕ ਸਟਰੈਂਥ ਕਿੰਨੀ ਹੈ। ਤੁਹਾਨੂੰ ਪਤਾ ਇਹਦੇ ਵਿੱਚ ਮੈਂ ਹਿੰਟ ਦੇ ਦਿੰਦਾ, ਇੱਕ ਆਨਸਰ ਇਹ ਨਿਕਲੂਗਾ -I ਇਫੈਕਟ ਦੇ ਨਾਲ, ਠੀਕ ਹੈ। ਨਾਈਟਰੋ -I ਇਫੈਕਟ ਹੁੰਦਾ, ਕਲੋਰੋ -I, ਬੈਂਜ਼ੋਇਕ ਕੁਝ ਨਹੀਂ ਹੋਊਗਾ। ਤਾਂ ਇੰਨੀ ਗੱਲ ਤਾਂ ਤੁਹਾਨੂੰ ਵੀ ਪਤਾ ਹੈਗਾ ਕਿ -I ਇਫੈਕਟ ਮੀਨਸ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਐਸਿਡਿਕ ਸਟਰੈਂਥ ਨੂੰ ਇਨਕਰੀਜ਼ ਕਰਦੇ ਨੇ, ਕਿਉਂਕਿ ਬੈਂਜ਼ੋਇਕ ਐਸਿਡ 'ਚ ਕੋਈ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਨਹੀਂ ਲੱਗਿਆ ਹੋਇਆ, ਤਾਂ ਬੈਂਜ਼ੋਇਕ ਐਸਿਡ ਦੀ ਐਸਿਡਿਕ ਸਟਰੈਂਥ ਇਹਨਾਂ ਦੋਨਾਂ ਨੂੰ ਘੱਟ ਹੈ ਰਾਜੇ, ਠੀਕ ਹੈ। ਨਾਈਟਰੋ ਤੇ ਕਲੋਰੋ ਦੋਨੋਂ ਹੀ -I ਹੁੰਦੇ ਨੇ, ਦੋਨੋਂ ਹੀ ਇਲੈਕਟ੍ਰੋਨ ਵਿਡਰਾਇੰਗ ਹੁੰਦੇ ਨੇ, ਲੇਕਿਨ ਨਾਈਟਰੋ ਦਾ -I ਇਫੈਕਟ ਕਲੋਰੋ ਦੇ -I ਇਫੈਕਟ ਤੋਂ ਜ਼ਿਆਦਾ ਹੁੰਦਾ, ਜਿਸ ਵਜ੍ਹਾ ਕਰਕੇ ਇਹਦਾ ਇਲੈਕਟ੍ਰੋਨ ਵਿਡਰਾਇੰਗ ਗਰੁੱਪ ਸਟਰੋਂਗਰ ਹੋਣ ਕਰਕੇ ਨਾਈਟਰੋ -I ਇਫੈਕਟ ਸਟਰੋਂਗਰ ਹੋਣ ਕਰਕੇ ਬੈਂਜ਼ੋਇਕ ਐਸਿਡ 'ਚੋਂ H ਪੋਜ਼ੀਟਿਵ ਜਲਦੀ ਨਿਕਲੂਗਾ ਇਹਦੇ ਨਾਲੋਂ। ਤਾਂ ਇਹਦੀ ਐਸਿਡਿਕ ਸਟਰੈਂਥ ਤਾਂ ਸਭ ਤੋਂ ਜ਼ਿਆਦਾ ਹੋਊਗੀ, ਉਸ ਤੋਂ ਘੱਟ ਐਸਿਡਿਕ ਸਟਰੈਂਥ ਇਹਦੀ ਹੋਊਗੀ, ਸਭ ਤੋਂ ਘੱਟ ਇਹ। ਹੁਣ pKa ਵੈਲਿਊ ਤੁਸੀਂ ਆਪੇ ਅਰੇਂਜ ਕਰਿਓ, ਕਿਉਂਕਿ ਤੁਹਾਨੂੰ ਮੈਂ ਦੱਸਤਾ ਜਿਹਦੀ ਐਸਿਡਿਕ ਸਟਰੈਂਥ ਜ਼ਿਆਦਾ ਹੁੰਦੀ ਆ ਉਹਦਾ Ka ਵੱਡਾ ਹੁੰਦਾ, pKa ਛੋਟੀ ਹੁੰਦੀ ਹੈ, ਬਿਕੋਜ਼ ਇਜ਼ ਇਕੁਅਲ ਟੂ ਪਾ ਕੇ ਉਰੇ log ਦੇ ਅੱਗੇ ਮਾਈਨਸ ਲੱਗਿਆ, -log Ka, ਠੀਕ ਹੈ। ਸੋ ਇੰਨਾ ਹੀ ਕਰ ਦੇਣਾ ਜੇ, ਬਾਕੀ ਆਪਾਂ ਨੈਕਸਟ ਲੈਕਚਰ 'ਚ ਕਰਾਂਗੇ।